ਸਤਿ ਸ਼੍ਰੀ ਅਕਾਲ ਦੋਸਤੋ। ਤੁਸੀਂ ਸਾਰਿਆਂ ਨੇ ਇੱਕ ਬਜ਼ੁਰਗ ਦੇ ਦਰਦਾਂ ਦੀ ਕਹਾਣੀ, ਦਰਦਾਂ ਦੀ ਕਿਤਾਬ ਨੂੰ ਬਹੁਤ ਪਿਆਰ ਦਿੱਤਾ। ਮੈਂ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ। ਦਰਦਾਂ ਦੀ ਕਿਤਾਬ ਵਰਗੀ ਹੀ ਇੱਕ ਬਜ਼ੁਰਗ ਦੀ ਜ਼ਿੰਦਗੀ ਦੇ ਦਰਦ ਦੀ ਕਹਾਣੀ ਅਸੀਂ ਅੱਜ ਸੁਣਾਂਗੇ, ਜਿਸ ਨੂੰ ਸੁਣ ਕੇ ਹਰ ਅੱਖ ਰੋ ਪਵੇਗੀ। ਸੋ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣਨਾ। ਕਹਾਣੀ ਸ਼ੁਰੂ ਕਰਦੇ ਹਾਂ। ਮੈਂ ਸ਼ੱਬੂ ਆਪਣੇ ਪਤੀ ਅਜੀਤ ਨਾਲ ਬਹੁਤ ਖੁਸ਼ ਸੀ, ਪਰ ਸਮੇਂ ਦੇ ਨਾਲ ਤੇ 3 ਬੱਚੀਆਂ ਦੀ ਦੇਖਭਾਲ ਵਿੱਚ ਸਾਡਾ ਪਿਆਰ ਕਿਤੇ ਲੁਕਦਾ ਹੀ ਜਾ ਰਿਹਾ ਸੀ। ਅਜੀਤ ਨੇ ਸਵੇਰੇ ਦਫ਼ਤਰ ਚਲੇ ਜਾਣਾ ਤੇ ਮੈਂ ਸਾਰਾ ਦਿਨ ਇਕੱਲੀ ਹੀ ਬੱਚਿਆਂ ਨੂੰ ਸੰਭਾਲਦੇ ਤੇ ਘਰ ਦਾ ਕੰਮ ਕਰਦੇ ਪਾਗਲ ਹੀ ਹੋ ਜਾਣਾ। ਅਜੀਤ ਦੀ ਘੱਟ ਸੈਲਰੀ ਤੇ ਵੱਡੇ ਪਰਿਵਾਰ ਕਰਕੇ ਅਸੀਂ ਕੋਈ ਨੌਕਰ ਵੀ ਨਹੀਂ ਸੀ ਰੱਖ ਸਕਦੇ। ਸਾਡੇ ਵਿਆਹ ਤੋਂ ਕੁਝ ਸਾਲ ਪਹਿਲਾਂ ਹੀ ਅਜੀਤ ਦੇ ਪਿਤਾ ਜੀ ਦੀ ਮੌਤ ਹੋ ਗਈ ਸੀ ਤੇ ਵਿਆਹ ਤੋਂ 4 ਮਹੀਨੇ ਬਾਅਦ ਹੀ ਅਜੀਤ ਦੇ ਮਾਤਾ ਜੀ ਵੀ ਸਵਰਗ ਸਿਧਾਰ ਗਏ। ਮੇਰੇ ਵਿਆਹ ਨੂੰ 6 ਸਾਲ ਹੋ ਗਏ ਸੀ ਤੇ 1.5 ਸਾਲ ਬਾਅਦ 3 ਬੇਟੀਆਂ ਹੋਈਆਂ। ਸਾਰਾ ਦਿਨ ਬਸ ਬੱਚਿਆਂ ਨਾਲ ਤੇ ਘਰ ਦੇ ਕੰਮ ਵਿੱਚ ਹੀ ਲੰਘ ਜਾਣਾ। ਇੱਕ ਦਿਨ ਅਜੀਤ ਆਪਣੇ ਨਾਲ ਇੱਕ ਬਜ਼ੁਰਗ, ਜਿਨ੍ਹਾਂ ਦੀ ਉਮਰ ਕੋਈ 60 ਤੋਂ 65 ਸਾਲ ਸੀ, ਉਹਨਾਂ ਨੂੰ ਲੈ ਕੇ ਘਰ ਆਏ। ਸ਼ੱਬੋ, ਤੇਰੇ ਲਈ ਇੱਕ ਖੁਸ਼ਖਬਰੀ ਹੈ। ਹੁਣ ਤੇਰੇ ਲਈ ਸੁੱਖ ਹੋ ਗਿਆ। ਇਹ ਮੇਰੇ ਕੰਪਨੀ ਦੇ ਮਾਲਕ ਦੇ ਨੌਕਰ ਨੇ ਤੇ ਕੰਪਨੀ ਦੇ ਮਾਲਕ ਆਪਣੇ ਪਰਿਵਾਰ ਨਾਲ 3 ਮਹੀਨੇ ਲਈ ਯੂਰਪ ਗਏ ਨੇ। ਉਹਨਾਂ ਨੇ ਕਿਹਾ 3 ਮਹੀਨੇ ਇਹਨਾਂ ਨੂੰ ਤੁਸੀਂ ਆਪਣੇ ਘਰ ਰੱਖੋ। ਮੈਂ ਸੋਚਿਆ, ਕੋਈ ਔਰਤ ਹੁੰਦੀ ਤੇ ਮੇਰੀ ਕੋਈ ਮਦਦ ਵੀ ਕਰਦੀ। ਇਹ ਆਦਮੀ ਹੈ ਤੇ ਉੱਪਰੋਂ ਬਜ਼ੁਰਗ ਵੀ, ਇਸ ਨੂੰ ਮੈਂ ਕੀ ਕੰਮ ਕਹਾਂਗੀ। ਪਰ ਅਜੀਤ ਦੇ ਕੰਪਨੀ ਦੇ ਮਾਲਕ ਦਾ ਹੁਕਮ ਸੀ ਤੇ ਉਹਨਾਂ ਨੂੰ ਘਰ ਰੱਖਣਾ ਹੀ ਪਿਆ। ਉਹ ਹਰ ਰੋਜ਼ ਸਵੇਰੇ 8 ਵਜੇ ਆ ਜਾਂਦੇ ਤੇ ਸ਼ਾਮ ਨੂੰ 7 ਵਜੇ ਚਲੇ ਜਾਂਦੇ। ਉਹ ਘਰ ਰੋਜ਼ ਜਾਂਦੇ ਹੋਏ ਮੇਰੇ ਕੋਲੋਂ 10 ਰੁਪਏ ਮੰਗ ਕੇ ਲੈ ਕੇ ਜਾਂਦੇ ਸੀ। ਇੱਕ ਦਿਨ ਮੈਂ ਉਹਨਾਂ ਨੂੰ 100 ਰੁਪਏ ਦਿੱਤੇ, ਪਰ ਉਹਨਾਂ ਨੇ ਨਹੀਂ ਲਏ। ਐਦਾਂ ਹੀ ਸਮਾਂ ਬੀਤਦਾ ਗਿਆ। ਬਾਪੂ ਜੀ ਨੂੰ ਸਾਡੇ ਘਰ ਆਉਂਦੇ ਹੁਣ 2 ਮਹੀਨੇ ਹੋ ਗਏ ਸੀ। ਉਹ ਬੱਚਿਆਂ ਨਾਲ ਬਹੁਤ ਘੁਲ ਮਿਲ ਗਏ ਸੀ। ਮੈਂ ਇੱਕ ਦਿਨ ਉਹਨਾਂ ਕੋਲੋਂ ਉਹਨਾਂ ਦੇ ਘਰ ਵਾਲਿਆਂ ਬਾਰੇ ਪੁੱਛਿਆ। ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਮੈਨੂੰ ਘੂਰਨ ਲੱਗੇ। ਮੈਂ ਡਰ ਗਈ। ਬਾਅਦ ਵਿੱਚ ਮੈਂ ਸੋਚਿਆ, ਮੈਨੂੰ ਕੀ ਲੋੜ ਸੀ ਪੁੱਛਣ ਦੀ। ਅਗਲੇ ਦਿਨ ਬਾਪੂ ਜੀ ਫਿਰ ਠੀਕ ਠਾਕ ਗੱਲ ਕਰਨ ਲੱਗੇ। ਉਹ ਅਕਸਰ ਹੀ ਕੰਪਨੀ ਦੇ ਮਾਲਕ ਦੀਆਂ ਗੱਲਾਂ ਕਰਦੇ ਰਹਿੰਦੇ। ਮੈਨੂੰ ਦੱਸਦੇ ਕਿ ਸਤਵੀਰ ਸਾਹਿਬ ਚੰਗੇ ਆਦਮੀ ਨੇ, ਮੇਰੇ ਨਾਲ ਠੀਕ ਤਰੀਕੇ ਨਾਲ ਗੱਲ ਕਰਦੇ ਨੇ। ਮੈਂ ਪੁੱਛਿਆ, ਬਾਪੂ ਜੀ, ਸਤਵੀਰ ਸਾਹਿਬ ਦੀ ਪਤਨੀ ਬਾਰੇ ਤਾਂ ਤੁਸੀਂ ਕਦੇ ਵੀ ਕੋਈ ਗੱਲ ਨਹੀਂ ਕੀਤੀ। ਥੋੜ੍ਹੀ ਦੇਰ ਚੁੱਪ ਹੋਣ ਤੋਂ ਬਾਅਦ ਉਹ ਬੋਲੇ, ਮੈਡਮ ਕਿਰਤ ਦਾ ਸੁਭਾਅ ਥੋੜ੍ਹਾ ਕੌੜਾ ਹੈ, ਅਕਸਰ ਗੁੱਸੇ ਵਿੱਚ ਹੀ ਰਹਿੰਦੇ ਨੇ। ਪਰ ਕੀ ਕਰੀਏ ਪੁੱਤਰ, ਮੈਂ ਤੇ ਨੌਕਰ ਹਾਂ, ਸਭ ਕੁਝ ਸੁਣਨਾ ਪੈਂਦਾ ਹੈ। ਮੈਂ ਉਹਨਾਂ ਨੂੰ ਫਿਰ ਪੁੱਛਿਆ, ਸਤਵੀਰ ਸਾਹਿਬ ਤੁਹਾਨੂੰ ਤਨਖਾਹ ਕਿੰਨੀ ਦਿੰਦੇ ਨੇ? ਤਾਂ ਉਹ ਚੁੱਪ ਕਰ ਗਏ ਤੇ ਫਿਰ ਮੈਨੂੰ ਘੂਰਨ ਲੱਗੇ। ਮੈਂ ਉਸ ਤੋਂ ਬਾਅਦ ਸੋਚਿਆ, ਅੱਜ ਤੋਂ ਬਾਅਦ ਬਾਪੂ ਜੀ ਕੋਲੋਂ ਕੋਈ ਵੀ ਗੱਲ ਨਹੀਂ ਪੁੱਛਣੀ। ਮੈਨੂੰ ਕੀ ਜ਼ਰੂਰਤ ਹੈ, ਬਸ ਥੋੜ੍ਹੇ ਦਿਨਾਂ ਬਾਅਦ ਇਹਨਾਂ ਨੇ ਚੱਲ ਹੀ ਜਾਣਾ ਹੈ। ਇੱਕ ਦਿਨ ਗੱਲਾਂ ਕਰਦੇ ਬਾਪੂ ਜੀ ਮੈਨੂੰ ਕਹਿੰਦੇ, ਤੇਰੀ ਮਾਂ ਵੀ ਮੇਰੇ ਨਾਲ ਬਹੁਤ ਪਿਆਰ ਕਰਦੀ ਹੈ, ਮੇਰਾ ਬਹੁਤ ਖਿਆਲ ਰੱਖਦੀ ਹੈ, ਜਿੱਦਾਂ ਤੂੰ ਅਜੀਤ ਦਾ ਰੱਖਦੀ ਹੈ। ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ। ਮੈਂ ਹੱਸਦੀ ਨੇ ਕਿਹਾ, ਹਾਂਜੀ ਬਾਪੂ ਜੀ, ਮਾਂ ਤੁਹਾਨੂੰ ਬਹੁਤ ਪਿਆਰ ਕਰਦੀ ਹੈ, ਇਸ ਲਈ ਤੁਸੀਂ 7 ਵਜੇ ਘਰ ਜਾਣ ਲਈ ਤਿਆਰ ਰਹਿੰਦੇ ਹੋ। ਬਾਪੂ ਜੀ ਨੇ ਜਵਾਬ ਦਿੱਤਾ, ਹਾਂ ਪੁੱਤਰ, ਮੈਂ ਥੋੜ੍ਹਾ ਵੀ ਲੇਟ ਹੋ ਜਾਵਾਂ ਤਾਂ ਤੇਰੀ ਮਾਂ ਦਰਵਾਜ਼ੇ 'ਤੇ ਖੜੀ ਮੈਨੂੰ ਉਡੀਕਦੀ ਹੈ। ਘਰ ਦੇ ਅੰਦਰ ਜਾਂਦੇ ਹੀ ਪੋਤੇ ਪੋਤੀਆਂ ਆ ਜਾਂਦੇ ਨੇ ਮੇਰੇ ਨਾਲ ਖੇਡਣ। ਫਿਰ ਮੇਰੀ ਨੂੰਹ ਪਾਣੀ ਲੈ ਕੇ ਆਉਂਦੀ ਹੈ ਤੇ ਮੇਰੇ ਕੋਲੋਂ ਸਿਰ 'ਤੇ ਪਿਆਰ ਲੈਂਦੀ ਹੈ ਤੇ ਰਾਤ ਕਾਫੀ ਦੇਰ ਤੱਕ ਮੇਰਾ ਬੇਟਾ ਮੇਰੀਆਂ ਲੱਤਾਂ ਕੁੱਟਦਾ ਰਹਿੰਦਾ। ਮੈਂ ਬਹੁਤ ਵਾਰ ਉਹਨੂੰ ਮਨਾ ਕਰਦਾ, ਪਰ ਉਹ ਕਹਿੰਦਾ, ਮੈਨੂੰ ਚੰਗਾ ਲੱਗਦਾ ਹੈ ਤੁਹਾਡੀ ਸੇਵਾ ਕਰਨਾ। ਸੌਣ ਤੋਂ ਪਹਿਲਾਂ ਤੇਰੀ ਮਾਂ ਪੂਰਾ ਦਿਨ ਕੀ ਬੀਤਿਆ ਸਭ ਕੁਝ ਦੱਸਦੀ ਹੈ। ਉਹ ਬੋਲਦੀ ਰਹਿੰਦੀ ਹੈ ਤੇ ਮੈਂ ਕਈ ਵਾਰ ਸੋ ਵੀ ਜਾਂਦਾ ਹਾਂ। ਇਹ ਕਹਿ ਕੇ ਬਾਪੂ ਜੀ ਜ਼ੋਰ-ਜ਼ੋਰ ਨਾਲ ਹੱਸਣ ਲੱਗੇ ਤੇ ਉਹਨਾਂ ਦੀਆਂ ਅੱਖਾਂ ਭਰ ਆਈਆਂ। ਮੈਂ ਵੀ ਸੋਚਣ ਲੱਗੀ, ਕਿੰਨਾ ਚੰਗਾ ਪਰਿਵਾਰ ਹੈ ਬਾਪੂ ਜੀ ਦਾ। ਰੱਬ ਸਭ ਨੂੰ ਇਸੇ ਤਰ੍ਹਾਂ ਦਾ ਪਰਿਵਾਰ ਦੇਵੇ। ਸ਼ਾਮ ਹੁੰਦੇ ਹੀ ਬਾਪੂ ਜੀ ਕਹਿੰਦੇ, ਪੁੱਤਰ ਮੈਂ ਜਾਵਾਂ? ਮੈਂ ਜਵਾਬ ਦਿੱਤਾ, ਹਾਂਜੀ ਬਾਪੂ ਜੀ ਜਾਓ। ਮੈਂ ਅੱਜ 10 ਰੁਪਏ ਦੇਣ ਲਈ ਜਾਣ-ਬੁੱਝ ਕੇ ਨਹੀਂ ਉੱਠੀ। ਬਾਪੂ ਜੀ ਖੜੇ ਉਡੀਕਦੇ ਰਹੇ ਪਰ ਕੁਝ ਬੋਲੇ ਨਹੀਂ। ਮੈਂ ਉਹਨਾਂ ਵੱਲ ਦੇਖਿਆ ਤੇ ਕਹਿੰਦੇ, ਪੁੱਤਰ 10 ਰੁਪਏ? ਮੈਂ ਥੋੜ੍ਹਾ ਮੁਸਕਰਾਈ ਤੇ ਕਿਹਾ, ਬਾਪੂ ਜੀ ਤੁਸੀਂ 10 ਰੁਪਏ ਨਾਲ ਕੀ ਲੈਂਦੇ ਹੋ ਰੋਜ਼? ਹੁਣ ਤੇ ਸਤਵੀਰ ਸਾਹਿਬ ਵੀ ਤੁਹਾਨੂੰ ਤਨਖਾਹ ਨਹੀਂ ਦਿੰਦੇ। ਜਦੋਂ ਤੁਹਾਨੂੰ ਜ਼ਿਆਦਾ ਪੈਸੇ ਦੇਵੋ
ਤੇ ਤੁਸੀਂ ਕਦੀ ਲੈਂਦੇ ਵੀ ਨਹੀਂ। ਰੋਜ਼ 10 ਰੁਪਏ ਨਾਲ ਤੁਹਾਡਾ ਗੁਜ਼ਾਰਾ ਹੋ ਜਾਂਦਾ ਹੈ? ਬਾਪੂ ਜੀ ਨੇ ਜਵਾਬ ਦਿੱਤਾ, ਜੋ ਮੈਨੂੰ ਚਾਹੀਦਾ ਹੁੰਦਾ 10 ਰੁਪਏ ਵਿੱਚ ਆ ਜਾਂਦਾ। ਮੈਨੂੰ ਇਸ ਤੋਂ ਜ਼ਿਆਦਾ ਪੈਸੇ ਦੀ ਜ਼ਰੂਰਤ ਨਹੀਂ ਹੈ। ਮੈਂ ਇੱਕ ਵਾਰ ਫਿਰ ਪੁੱਛਿਆ, ਬਾਪੂ ਜੀ 10 ਰੁਪਏ ਵਿੱਚ ਕੀ ਆਉਂਦਾ ਹੈ? ਉਹਨਾਂ ਨੇ ਜਵਾਬ ਦਿੱਤਾ, ਕੱਲ ਸਾਡੇ ਘਰ ਆ ਕੇ ਦੇਖ ਲੈਣਾ, ਤੇ 10 ਰੁਪਏ ਲੈ ਕੇ ਚਲੇ ਗਏ। ਅਗਲੇ ਦਿਨ ਐਤਵਾਰ ਸੀ। ਮੈਂ ਤੇ ਅਜੀਤ ਤਿਆਰ ਹੋ ਕੇ ਸ਼ਾਮ ਨੂੰ ਬਾਪੂ ਜੀ ਦੇ ਘਰ ਗਏ। ਘਰ ਨੂੰ ਜਾਣ ਲਈ ਤੰਗ ਗਲੀ ਸੀ ਤੇ ਗਲੀ ਵਿੱਚ ਆਖਰੀ ਘਰ ਸੀ ਬਾਪੂ ਜੀ ਦਾ, ਤੇ ਅੱਗੇ ਗਲੀ ਬੰਦ ਸੀ। ਬਾਪੂ ਜੀ ਘਰ ਤੋਂ ਬਾਹਰ ਹੀ ਖੜੇ ਸੀ ਤੇ ਸਾਨੂੰ ਦੇਖ ਕੇ ਖੁਸ਼ੀ ਨਾਲ ਅੰਦਰ ਲੈ ਕੇ ਗਏ। ਜਿਵੇਂ ਹੀ ਅਸੀਂ ਘਰ ਦੇ ਅੰਦਰ ਗਏ ਤੇ ਸਾਰਾ ਘਰ ਸੁੰਨਸਾਨ ਪਿਆ ਸੀ। ਹਰ ਚੀਜ਼ ਤੇ ਧੂੜ ਜੰਮੀ ਸੀ। ਘਰ ਵਿੱਚ 2 ਕਮਰੇ ਸੀ ਤੇ ਬਰਾਂਡੇ ਵਿੱਚ ਇੱਕ ਸਮਾਧ ਵੀ ਬਣੀ ਹੋਈ ਸੀ। ਸਮਾਧ ਦੇਖ ਕੇ ਮੇਰੇ ਤੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ। ਸਮਾਧ ਦੇ ਨੇੜੇ ਹੀ ਬਾਪੂ ਜੀ ਦਾ ਮੰਜਾ ਡੱਠਿਆ ਹੋਇਆ ਸੀ। ਸਮਾਧ ਦੇ ਨੇੜੇ ਜਾ ਕੇ ਬਾਪੂ ਜੀ ਕਹਿੰਦੇ, ਸ਼ਾਂਤੀ, ਦੇਖ ਤੇ ਕੌਣ ਆਇਆ? ਤੈਨੂੰ ਦੱਸਿਆ ਸੀ ਨਾ ਕਿ ਬੇਟੀ ਨੇ ਆਉਣਾ ਅੱਜ। ਅਕਸਰ ਤੁਹਾਡੀਆਂ ਗੱਲਾਂ ਕਰਦੀ ਰਹਿੰਦੀ ਸੀ। ਇਹ ਸਭ ਦੇਖ ਕੇ ਮੈਂ ਤੇ ਪੱਥਰ ਹੀ ਬਣ ਗਈ। ਅਜੀਤ ਦੀ ਹਾਲਤ ਵੀ ਮੇਰੇ ਹੀ ਤਰ੍ਹਾਂ ਸੀ। ਬਾਪੂ ਜੀ ਨੇ ਇੱਕ ਅਗਰਬੱਤੀ ਜਲਾਈ ਤੇ ਸਮਾਧ ਤੇ ਲਗਾ ਦਿੱਤੀ ਤੇ ਸਾਡੇ ਵੱਲ ਆਉਂਦੇ ਕਹਿਣ ਲੱਗੇ, ਸ਼ੱਭੂ ਪੁੱਤਰ, ਤੂੰ ਹਮੇਸ਼ਾ ਪੁੱਛਦੀ ਸੀ ਨਾ ਕਿ 10 ਰੁਪਏ ਨਾਲ ਤੁਸੀਂ ਕੀ ਕਰਦੇ ਹੋ? ਤੁਸੀਂ ਕਿਹੜੀ ਜ਼ਰੂਰਤ ਪੂਰੀ ਕਰਦੇ ਹੋ 10 ਰੁਪਏ ਨਾਲ? ਮੇਰੀ ਤੇ ਇਹ ਪੂਰੀ ਹੋ ਜਾਂਦੀ ਹੈ 10 ਰੁਪਏ ਨਾਲ। ਸ਼ਾਂਤੀ ਨੂੰ ਨਾ ਖੁਸ਼ਬੂ ਬਹੁਤ ਪਸੰਦ ਹੈ। ਮੈਂ ਅਗਰਬੱਤੀ ਦੀ ਖੁਸ਼ਬੂ ਉਸ ਲਾਗੇ ਹੀ ਰੱਖਦਾ ਹਾਂ। ਖੁਸ਼ ਹੋ ਜਾਂਦੀ ਹੈ ਬੇਚਾਰੀ। ਫਿਰ ਬਾਪੂ ਜੀ ਕਹਿਣ ਲੱਗੇ, ਮੇਰੀ ਨੂੰ ਮੇਰੇ ਲਈ ਰੋਟੀ ਬਣਾ ਰਹੀ ਹੋਵੇਗੀ, ਰਸੋਈ ਵਿੱਚ ਚੱਲ, ਮੈਂ ਤੈਨੂੰ ਉਸ ਨਾਲ ਮਿਲਵਾਉਂਦਾ ਹਾਂ। ਬਾਪੂ ਜੀ ਮੇਰਾ ਹੱਥ ਫੜ ਕੇ ਆਪਣੀ ਰਸੋਈ ਵੱਲ ਲੈ ਗਏ। ਰਸੋਈ ਦੀ ਵੀ ਬਾਕੀ ਘਰ ਵਾਲੀ ਹੀ ਹਾਲਤ ਸੀ। ਖਾਲੀ ਰਸੋਈ, ਥੋੜੇ ਜਿਹੇ ਭਾਂਡੇ ਤੇ ਉਹਨਾਂ ਤੇ ਵੀ ਧੂੜ ਜੰਮੀ ਹੋਈ ਸੀ। ਮੇਰੇ ਮਨ ਵਿੱਚ ਖਿਆਲ ਆਇਆ, ਲੱਗਦਾ ਬਾਪੂ ਜੀ ਦਾ ਪਰਿਵਾਰ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਤੇ ਬਾਪੂ ਜੀ ਦੀ ਦਿਮਾਗੀ ਹਾਲਤ ਤੇ ਅਸਰ ਹੋਇਆ। ਇਸ ਲਈ ਹੀ ਬਾਪੂ ਜੀ ਬਿਨਾਂ ਤਨਖਾਹ ਦੇ ਕੰਮ ਕਰਦੇ ਨੇ, ਤਾਂ ਕਿ ਉਹਨਾਂ ਦਾ ਇਕੱਲਾਪਨ ਦੂਰ ਹੋ ਜਾਵੇ। ਐਨੇ ਨੂੰ ਬਾਪੂ ਜੀ ਇਹ ਕਹਿੰਦੇ ਹੋਏ, ਚਲੋ ਤੁਹਾਨੂੰ ਆਪਣੇ ਬੇਟੇ ਨਾਲ ਮਿਲਵਾਉਂਦਾ ਹਾਂ, ਉਸਦੇ ਕਮਰੇ ਵੱਲ ਲੈ ਗਏ। ਕਮਰੇ ਵਿੱਚ ਕੋਈ ਨਹੀਂ ਸੀ, ਪਰ ਕੰਧ ਤੇ ਲੱਗੀ ਤਸਵੀਰ ਵੱਲ ਇਸ਼ਾਰਾ ਕਰਦੇ ਹੋਏ ਬਾਪੂ ਜੀ ਕਹਿਣ ਲੱਗੇ, ਇਹ ਹੈ ਮੇਰਾ ਬੇਟਾ ਤੇ ਬਹੂ। ਕੰਧ ਤੇ ਲੱਗੀ ਤਸਵੀਰ ਦੇਖ ਕੇ ਅਜੀਤ ਦਾ ਮੂੰਹ ਖੁੱਲ੍ਹਾ ਰਹਿ ਗਿਆ ਤੇ ਕਹਿਣ ਲੱਗੇ, ਬਾਪੂ ਜੀ, ਇਹ ਤਾਂ ਸਤਵੀਰ ਸਰ ਤੇ ਕਿਰਤ ਮੈਮ ਹੈ। ਅਜੀਤ ਦੇ ਮੂੰਹ ਇਹ ਗੱਲ ਸੁਣ ਕੇ ਹੁਣ ਤੇ ਮੇਰੀਆਂ ਲੱਤਾਂ ਵਿੱਚ ਜਾਨ ਹੀ ਨਹੀਂ ਰਹੀ। ਤਸਵੀਰ ਵਿੱਚ ਬਾਪੂ ਜੀ ਤੇ ਉਹਨਾਂ ਦੀ ਪਤਨੀ ਸਤਵੀਰ ਸਰ ਤੇ ਕਿਰਤ ਮੈਮ ਸੀ। ਅਜੀਤ ਨੇ ਪੁੱਛਿਆ, ਬਾਪੂ ਜੀ, ਤੁਸੀਂ ਸਤਵੀਰ ਸਰ ਦੇ ਪਿਤਾ ਹੋ? ਬਾਪੂ ਜੀ ਦੀਆਂ ਅੱਖਾਂ ਭਰ ਆਈਆਂ ਤੇ ਕਹਿਣ ਲੱਗੇ, ਨਹੀਂ ਪੁੱਤਰ, ਮੈਂ ਤੇ ਉਹਨਾਂ ਦਾ ਨੌਕਰ ਹਾਂ। ਤੇ ਬਾਪੂ ਜੀ ਜ਼ੋਰ-ਜ਼ੋਰ ਦੀ ਰੋਣ ਲੱਗੇ। ਅਜੀਤ ਨੇ ਅੱਗੇ ਵੱਧ ਕੇ ਬਾਪੂ ਜੀ ਦੀਆਂ ਅੱਖਾਂ ਸਾਫ਼ ਕੀਤੀਆਂ ਤੇ ਉਹਨਾਂ ਨੂੰ ਆਪਣੇ ਗਲੇ ਲਾਇਆ। ਬਾਪੂ ਜੀ ਅਜੀਤ ਦੇ ਗਲੇ ਲੱਗ ਕੇ ਵੀ ਹੋਰ ਜ਼ੋਰ-ਜ਼ੋਰ ਦੀ ਰੋਣ ਲੱਗ ਪਏ। ਅਜੀਤ ਨੇ ਬਾਪੂ ਜੀ ਨੂੰ ਚੁੱਪ ਕਰਵਾਇਆ ਤੇ ਬਿਠਾਇਆ। ਇਹ ਸਭ ਦੇਖ ਕੇ, ਸੁਣ ਕੇ ਮੈਂ ਸੁੰਨ ਹੋ ਗਈ ਸੀ ਕਿ ਇਹ ਸਭ ਕੀ ਹੋ ਰਿਹਾ ਹੈ। ਫਿਰ ਬਾਪੂ ਜੀ ਥੋੜੀ ਦੇਰ ਬਾਅਦ ਬੋਲੇ, ਪੁੱਤਰ, ਮੈਨੂੰ ਅੱਜ ਤੱਕ ਇਹ ਨਹੀਂ ਸਮਝ ਆਇਆ ਕਿ ਮੇਰਾ ਕਸੂਰ ਕੀ ਸੀ। ਮੈਂ ਤੇ ਹਮੇਸ਼ਾ ਆਪਣੇ ਮਾਂ-ਬਾਪ ਦੀ ਸੇਵਾ ਕੀਤੀ ਸੀ। ਸ਼ਾਂਤੀ ਵੀ ਹਮੇਸ਼ਾ ਮੇਰੇ ਮਾਂ-ਬਾਪ ਦੀ ਬਹੁਤ ਇੱਜ਼ਤ ਕਰਦੀ ਸੀ। ਮੈਂ ਹਮੇਸ਼ਾ ਤੋਂ ਹੀ ਚੀਮਾ ਸਰ, ਜੋ ਕਿ ਸਤਵੀਰ ਦਾ ਸਹੁਰਾ ਹੈ, ਘਰ ਨੌਕਰ ਸੀ। ਸ਼ਾਮ ਨੂੰ ਮੈਂ ਘਰ ਆਉਂਦਾ, ਆਪਣੇ ਮਾਂ-ਬਾਪ ਨਾਲ ਗੱਲਾਂ ਕਰਦਾ, ਉਹਨਾਂ ਦੀਆਂ ਲੱਤਾਂ ਘੁੱਟਦਾ ਤੇ ਸ਼ਾਂਤੀ ਤੇ ਸਤਵੀਰ ਨਾਲ ਥੋੜਾ ਸਮਾਂ ਬਿਤਾ ਕੇ ਸੌਂ ਜਾਂਦਾ। ਮੈਂ ਤੇ ਸ਼ਾਂਤੀ ਨੇ ਸੋਚਿਆ, ਅਸੀਂ ਤੇ ਅਨਪੜ੍ਹ ਹਾਂ, ਪਰ ਸਤਵੀਰ ਨੂੰ ਪੜ੍ਹਾ ਲਿਖਾ ਕੇ ਕਿਸੇ ਵਧੀਆ ਨੌਕਰੀ ਤੇ ਲਵਾਵਾਂਗੇ। ਉਸ ਸਮੇਂ ਮੇਰੀ ਤਨਖਾਹ 10 ਰੁਪਏ ਸੀ। ਸਾਡੇ ਘਰ ਦਾ ਗੁਜ਼ਾਰਾ 10 ਰੁਪਏ ਵਿੱਚ ਬਹੁਤ ਵਧੀਆ ਤਰੀਕੇ ਨਾਲ ਹੋ ਜਾਂਦਾ ਸੀ। ਜਦੋਂ ਸਤਵੀਰ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਤਾਂ ਮੈਂ ਚੀਮਾ ਸਾਹਿਬ ਨੂੰ ਕਹਿ ਕੇ ਉਹਨਾਂ ਦੇ ਦਫ਼ਤਰ ਵਿੱਚ ਹੀ ਸਤਵੀਰ ਨੂੰ ਕੰਮ ਤੇ ਲਗਵਾ ਦਿੱਤਾ। ਚੀਮਾ ਸਾਹਿਬ ਨੇ ਵੀ ਸਤਵੀਰ ਨੂੰ ਨੌਕਰੀ ਦੇਣ ਲੱਗੇ ਨਾ ਨਹੀਂ ਕੀਤੀ। ਮੈਂ ਸਾਰੀ ਉਮਰ ਉਹਨਾਂ ਦੇ ਘਰ ਕੰਮ ਜੋ ਕੀਤਾ ਸੀ 10 ਰੁਪਏ ਤਨਖਾਹ ਵਿੱਚ, ਬਾਕੀ ਉਹ ਆਪਣਾ ਬਚਿਆ ਖਾਣਾ ਤੇ ਆਪਣੇ ਪੁਰਾਣੇ ਕੱਪੜੇ ਸਾਨੂੰ ਦੇ ਦਿੰਦੇ ਸੀ। ਚੀਮਾ ਸਾਹਿਬ ਦੀ ਇੱਕ ਹੀ ਬੇਟੀ ਸੀ, ਬਹੁਤ ਬਦਤਮੀਜ਼ ਸੀ। ਉਹ ਹਮੇਸ਼ਾ ਹੀ ਮੈਨੂੰ ਨੌਕਰ ਕਹਿ ਕੇ ਬੁਲਾਉਂਦੀ। ਮੈਂ ਕਦੇ ਵੀ ਉਸ ਦੀ ਗੱਲ ਦਾ ਗੁੱਸਾ ਨਹੀਂ ਸੀ ਕੀਤਾ। ਮੈਂ ਸੀ ਵੀ ਤੇ ਉਹਨਾਂ ਦਾ ਨੌਕਰ ਹੀ।
ਮੈਂ ਸੋਚਿਆ ਚਲੋ ਹੁਣ ਸਤਵੀਰ ਨੂੰ ਨੌਕਰੀ ਮਿਲ ਗਈ ਹੈ, ਤਨਖਾਹ ਵੀ ਚੰਗੀ ਹੈ, ਤਾਂ ਹੁਣ ਮੈਂ ਆਪਣਾ ਕੰਮ ਛੱਡ ਦੇਵਾਂਗਾ ਤੇ ਜੋ ਸਮਾਂ ਮੈਂ ਸ਼ਾਂਤੀ ਨੂੰ ਜਵਾਨੀ ਸਮੇਂ ਨਹੀਂ ਦੇ ਪਾਇਆ ਉਹ ਬੁਢਾਪੇ ਸਮੇਂ ਦੇਵਾਂਗਾ। ਤੇ ਜਿਵੇਂ ਸ਼ਾਂਤੀ ਨੇ ਮੇਰੇ ਮਾਂ-ਬਾਪ ਦੀ ਸੇਵਾ ਕੀਤੀ ਹੈ, ਸਾਡੀ ਨੂੰ ਵੀ ਸਾਡੀ ਬੁਢਾਪੇ ਵਿੱਚ ਸੇਵਾ ਕਰੇਗੀ। ਪਰ ਸਮੇਂ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇਹ ਕਹਿ ਕੇ ਬਾਪੂ ਜੀ ਫਿਰ ਉੱਚੀ ਉੱਚੀ ਰੋਣ ਲੱਗ ਪਏ। ਅਜੀਤ ਨੇ ਬਾਪੂ ਜੀ ਨੂੰ ਚੁੱਪ ਕਰਾਇਆ ਤੇ ਪਾਣੀ ਦਿੱਤਾ। ਬਾਪੂ ਜੀ ਪਾਣੀ ਪੀ ਕੇ ਕਾਫੀ ਦੇਰ ਚੁੱਪ ਬੈਠੇ ਰਹੇ। ਬਾਪੂ ਜੀ ਦੀਆਂ ਗੱਲਾਂ ਸੁਣ ਕੇ ਮੇਰੀਆਂ ਤੇ ਅਜੀਤ ਦੋਨਾਂ ਦੀਆਂ ਅੱਖਾਂ ਭਰ ਆਈਆਂ ਸਨ। ਫਿਰ ਬਾਪੂ ਜੀ ਨੇ ਚੁੱਪੀ ਤੋੜੀ ਤੇ ਬੋਲੇ, ਜਦੋਂ ਸਤਵੀਰ ਨੂੰ ਪਹਿਲੀ ਤਨਖਾਹ ਮਿਲੀ ਅਸੀਂ ਬਹੁਤ ਖੁਸ਼ ਹੋਏ। ਮੈਂ ਚੀਮਾ ਸਾਹਿਬ ਨੂੰ ਕਿਹਾ ਹੁਣ ਮੈਂ ਕੰਮ ਨਹੀਂ ਕਰਾਂਗਾ ਤੇ ਉਹ ਮੰਨ ਵੀ ਗਏ ਸੀ। 2-3 ਮਹੀਨੇ ਹੀ ਹੋਏ ਸੀ ਮੈਨੂੰ ਘਰ ਰਹਿੰਦਿਆਂ ਨੂੰ। ਇੱਕ ਦਿਨ ਚੀਮਾ ਸਾਹਿਬ ਸਾਡੇ ਘਰ ਆਏ ਤੇ ਮੈਨੂੰ ਕਹਿਣ ਲੱਗੇ ਉਹ ਸਤਵੀਰ ਦਾ ਵਿਆਹ ਆਪਣੀ ਬੇਟੀ ਕਿਰਤ ਨਾਲ ਕਰਨਾ ਚਾਹੁੰਦੇ ਨੇ। ਮੈਂ ਸੁਣ ਕੇ ਹੈਰਾਨ ਸੀ, ਚੀਮਾ ਸਰ ਕੀ ਕਹਿ ਰਹੇ ਨੇ? ਸਤਵੀਰ ਉੱਚਾ ਲੰਮਾ ਸੋਹਣਾ ਗੱਭਰੂ ਸੀ ਤੇ ਮਿਹਨਤੀ ਵੀ ਸੀ। ਚੀਮਾ ਸਾਹਿਬ ਨੂੰ ਹੋਰ ਕੀ ਚਾਹੀਦਾ ਸੀ? ਸਾਰੀ ਉਮਰ ਮੈਂ ਤੇ ਉਹਨਾਂ ਦੀ ਗੁਲਾਮੀ ਕੀਤੀ ਤੇ ਹੁਣ ਉਹ ਸਤਵੀਰ ਦੀ ਗੁਲਾਮੀ ਚਾਹੁੰਦੇ ਸੀ। ਸਤਵੀਰ ਵੀ ਪੈਸੇ ਦੀ ਚਮਕ ਦਮਕ ਦੇਖ ਕੇ ਉਹਨਾਂ ਦੀਆਂ ਗੱਲਾਂ ਵਿੱਚ ਆ ਗਿਆ। ਉਹ ਚੀਮਾ ਸਾਹਿਬ ਦੀ ਬੇਟੀ ਨਾਲ ਹੀ ਵਿਆਹ ਕਰਨ ਲਈ ਡਟਿਆ ਰਿਹਾ। ਮੈਂ ਉਸ ਨੂੰ ਬਹੁਤ ਸਮਝਾਇਆ ਪਰ ਉਹ ਨਾ ਮੰਨਿਆ। ਆਖਿਰ ਮੈਨੂੰ ਹੀ ਝੁਕਣਾ ਪਿਆ। ਸਤਵੀਰ ਦਾ ਵਿਆਹ ਚੀਮਾ ਸਾਹਿਬ ਦੀ ਬੇਟੀ ਕਿਰਤ ਨਾਲ ਕਰ ਦਿੱਤਾ ਗਿਆ। ਸਤਵੀਰ ਤੇ ਉਸਦੀ ਪਤਨੀ ਥੋੜੇ ਦਿਨ ਹੀ ਸਾਡੇ ਘਰ ਰੁਕੇ। ਫਿਰ ਉਹ ਸਤਵੀਰ ਨੂੰ ਆਪਣੇ ਨਾਲ ਆਪਣੇ ਬਾਪ ਦੇ ਘਰ ਲੈ ਗਈ। ਜਦੋਂ ਉਹ ਘਰੋਂ ਗਏ ਤਾਂ ਸ਼ਾਂਤੀ ਬਹੁਤ ਰੋਈ ਸੀ। ਮੈਂ ਉਸ ਨੂੰ ਸਮਝਾਉਂਦੇ ਕਿਹਾ, ਬੇਟੇ ਦੀ ਆਪਣੀ ਜ਼ਿੰਦਗੀ ਹੈ, ਉਸ ਨੂੰ ਜੀ ਲੈਣ ਦੇ। ਫਿਰ ਸ਼ਾਂਤੀ ਅਕਸਰ ਬਿਮਾਰ ਰਹਿਣ ਲੱਗੀ। ਪਹਿਲਾਂ ਤੇ ਸਤਵੀਰ ਹਫ਼ਤੇ ਵਿੱਚ 1-2 ਵਾਰੀ ਆ ਜਾਇਆ ਕਰਦਾ ਸੀ ਮਿਲਣ ਲਈ। ਥੋੜੇ ਪੈਸੇ ਵੀ ਦੇ ਜਾਇਆ ਕਰਦਾ ਸੀ। ਹੌਲੀ ਹੌਲੀ ਉਸਨੇ ਘਰ ਆਉਣਾ ਵੀ ਛੱਡ ਦਿੱਤਾ ਤੇ ਖਰਚਾ ਵੀ ਦੇਣਾ ਛੱਡ ਦਿੱਤਾ। ਮੈਨੂੰ ਲੱਗਿਆ ਹੁਣ ਮੈਨੂੰ ਹੀ ਕੋਈ ਕੰਮ ਕਰਨਾ ਪੈਣਾ। ਮੈਂ ਫਿਰ ਤੋਂ ਕਿਸੇ ਦੇ ਘਰ ਕੰਮ ਕਰਨ ਲੱਗ ਪਿਆ। ਸ਼ਾਂਤੀ ਅਕਸਰ ਮੇਰਾ ਇੰਤਜ਼ਾਰ ਕਰਦੀ, ਮੈਨੂੰ ਦੇਰੀ ਹੋ ਜਾਂਦੀ ਤੇ ਉਹ ਦਰਵਾਜ਼ੇ ਤੇ ਖੜੀ ਮੈਨੂੰ ਉਡੀਕਦੀ ਰਹਿੰਦੀ ਸੀ। ਬਸ ਇੱਦਾਂ ਹੀ ਚੱਲਦਾ ਰਿਹਾ ਤੇ ਇੱਕ ਦਿਨ ਸ਼ਾਂਤੀ ਵੀ ਮੈਨੂੰ ਛੱਡ ਕੇ ਚਲੀ ਗਈ। ਬਾਪੂ ਜੀ ਫਿਰ ਉੱਚੀ ਉੱਚੀ ਰੋਣ ਲੱਗ ਪਏ। ਅਜੀਤ ਨੇ ਬਾਪੂ ਜੀ ਨੂੰ ਚੁੱਪ ਕਰਾਇਆ ਤੇ ਬਾਪੂ ਜੀ ਬੋਲੇ, ਮੈਂ ਸ਼ਾਂਤੀ ਨੂੰ ਕਿਤੇ ਵੀ ਜਾਣ ਨਹੀਂ ਦਿੱਤਾ। ਵਰਾਂਡੇ ਵਿੱਚ ਹੀ ਕੱਚੀ ਜਗ੍ਹਾ ਸੀ, ਮੈਂ ਉਸ ਨੂੰ ਉੱਥੇ ਹੀ ਦਫਨ ਕਰ ਦਿੱਤਾ। ਇੱਕ ਦਿਨ ਸਤਵੀਰ ਆਇਆ ਤੇ ਮੈਨੂੰ ਆਪਣੇ ਨਾਲ ਲੈ ਗਿਆ। ਮੈਂ ਦਿਨ ਭਰ ਉੱਥੇ ਹੀ ਰਹਿਣਾ ਪਰ ਰਾਤ ਨੂੰ ਜ਼ਰੂਰ ਸ਼ਾਂਤੀ ਕੋਲ ਆ ਜਾਣਾ ਕਿ ਉਹ ਮੇਰਾ ਇੰਤਜ਼ਾਰ ਕਰਦੀ ਹੋਵੇਗੀ। ਬਹੂ ਨੇ ਅੱਜ ਤੱਕ ਮੈਨੂੰ ਆਪਣਾ ਬਾਪ ਨਹੀਂ ਮੰਨਿਆ। ਉਹ ਅਜੇ ਵੀ ਮੈਨੂੰ ਨੌਕਰ ਹੀ ਕਹਿੰਦੀ ਹੈ ਤੇ ਆਪਣੀ ਮਾਂ ਨੂੰ ਦੇਖ ਕੇ ਬੱਚੇ ਵੀ ਮੈਨੂੰ ਨੌਕਰ ਹੀ ਕਹਿੰਦੇ ਨੇ। ਉਹਨਾਂ ਨੇ ਵੀ ਮੈਨੂੰ ਕਦੀ ਆਪਣਾ ਦਾਦਾ ਨਹੀਂ ਸਮਝਿਆ। ਬਸ ਹੁਣ ਫਰਕ ਇਹ ਹੈ ਕਿ ਪਹਿਲਾਂ ਚੀਮਾ ਸਾਹਿਬ ਮੈਨੂੰ 10 ਰੁਪਏ ਦਿੰਦੇ ਸੀ ਤੇ ਹੁਣ ਮੇਰਾ ਪੁੱਤਰ ਸਤਵੀਰ ਮੈਨੂੰ ਮਹਿਮਾਨਾਂ ਦੇ ਸਾਹਮਣੇ ਨੌਕਰ ਹੀ ਦੱਸਦਾ ਹੈ। ਉਸਨੂੰ ਉਹਨਾਂ ਅਮੀਰਾਂ ਦੇ ਸਾਹਮਣੇ ਮੈਨੂੰ ਆਪਣਾ ਬਾਪ ਕਹਿੰਦੇ ਨੂੰ ਸ਼ਰਮ ਆਉਂਦੀ ਹੈ। ਮੈਨੂੰ ਕੋਈ ਦੁੱਖ ਨਹੀਂ ਹੁੰਦਾ ਕਿਉਂਕਿ ਮੈਂ ਨੌਕਰ ਹੀ ਤਾਂ ਹਾਂ ਉਸ ਘਰ ਦਾ। ਬਾਪੂ ਜੀ ਦੀਆਂ ਸਾਰੀਆਂ ਗੱਲਾਂ ਅਸੀਂ ਅੱਥਰੂ ਵਗਾਉਂਦਿਆਂ ਨੇ ਸੁਣੀਆਂ ਸੀ। ਮੇਰਾ ਰੋ ਰੋ ਕੇ ਬੁਰਾ ਹਾਲ ਸੀ। ਬਾਪੂ ਜੀ ਕਹਿੰਦੇ, ਜਵਾਨੀ ਵਿੱਚ ਤੇ ਮੈਂ ਸ਼ਾਂਤੀ ਨੂੰ ਸਮਾਂ ਨਹੀਂ ਦੇ ਸਕਿਆ। ਜਦੋਂ ਬੁਢਾਪੇ ਵਿੱਚ ਸਮਾਂ ਮਿਲਿਆ ਤੇ ਉਹਦਾ ਸਮਾਂ ਖਤਮ ਹੋ ਗਿਆ। ਇਹ ਗੱਲ ਕਹਿਣ ਤੋਂ ਬਾਅਦ ਬਾਪੂ ਜੀ ਚੁੱਪ ਹੋ ਗਏ। ਕਾਫੀ ਦੇਰ ਕੁਝ ਨਹੀਂ ਬੋਲੇ। ਬਾਪੂ ਜੀ ਦੀ ਚੁੱਪੀ ਦੇਖ ਅਜੀਤ ਨੇ ਬਾਪੂ ਜੀ ਨੂੰ ਬੁਲਾਇਆ ਪਰ ਕੋਈ ਜਵਾਬ ਨਹੀਂ। ਜਦੋਂ ਅਜੀਤ ਨੇ ਬਾਪੂ ਜੀ ਦੇ ਮੋਢੇ ਤੇ ਹੱਥ ਰੱਖਿਆ ਤੇ ਹਲੂਣਿਆ ਤੇ ਦੇਖਿਆ ਬਾਪੂ ਜੀ ਸਾਨੂੰ ਛੱਡ ਕੇ ਜਾ ਚੁੱਕੇ ਸੀ। ਬਾਪੂ ਜੀ ਨੂੰ ਇੰਜ ਪਿਆ ਦੇਖ ਮੇਰੀਆਂ ਚੀਕਾਂ ਹੀ ਨਿਕਲ ਗਈਆਂ। ਅਜੀਤ ਨੇ ਬਾਪੂ ਜੀ ਦਾ ਵੀ ਸੰਸਕਾਰ ਨਹੀਂ ਕਰਵਾਇਆ ਬਲਕਿ ਉਹਨਾਂ ਨੂੰ ਵੀ ਮਾਂ ਦੀ ਸਮਾਧ ਨੇੜੇ ਹੀ ਦਫਨਾ ਦਿੱਤਾ ਤੇ ਸਤਵੀਰ ਸਰ ਨੂੰ ਕੋਈ ਵੀ ਖਬਰ ਨਾ ਕੀਤੀ। ਦੋਸਤੋ, ਇਹ ਸੀ ਅੱਜ ਦੀ ਕਹਾਣੀ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਪਸੰਦ ਆਈ ਹੈ ਤਾਂ ਆਪਣੇ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਤੁਸੀਂ ਸੁਣ ਰਹੇ ਹੋ ਪੰਜਾਬੀ ਲਿਖਤਾਂ, ਤੁਹਾਡਾ ਆਪਣਾ ਚੈਨਲ। ਹਮੇਸ਼ਾ ਖੁਸ਼ ਰਹੋ, ਮੁਸਕਰਾਉਂਦੇ ਰਹੋ। ਰੱਬ ਰੱਖਾ।